ਵੈਲਕਮ ਟੂ ਮਲੂਕਾ ਆਈਐਸ। ਅੱਜ ਅਸੀਂ ਪੰਜਾਬੀ ਲਿਟਰੇਚਰ ਦੇ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਤੇ ਗੱਲ ਕਰਨ ਜਾ ਰਹੇ ਹਾਂ। ਤੁਹਾਨੂੰ ਪਤਾ ਹੈਗਾ ਕਿ ਪੰਜਾਬੀ ਲਿਟਰੇਚਰ ਦੇ ਵਿੱਚ ਜਿਹੜਾ ਪੇਪਰ 1 ਹੈਗਾ, ਪੇਪਰ 1 ਦਾ ਸੈਕਸ਼ਨ ਬੀ, ਇਸ ਵਿੱਚ ਤੁਸੀਂ ਦੇਖਦੇ ਹੋ ਕਿ ਬਹੁਤ ਸਾਰੇ ਆਥਰ ਬਾਰੇ ਯੂਪੀਐਸਸੀ ਵਾਰ-ਵਾਰ ਸਵਾਲ ਪੁੱਛਦਾ ਹੈਗਾ ਤੇ ਸਿਲੇਬਸ ਦੇ ਵਿੱਚ ਬਹੁਤ ਸਾਰੇ ਆਥਰ ਬਾਰੇ ਮੈਂਸ਼ਨ ਵੀ ਕੀਤਾ ਹੋਇਆ ਹੈ। ਬਹੁਤ ਸਾਰੇ ਕਵੀ ਜਿਹੜੇ ਨੇ ਉਹ ਸਾਨੂੰ ਪਤਾ ਹੋਣੇ ਚਾਹੀਦੇ ਨੇ, ਹਨਾ। ਕਵੀਆਂ ਬਾਰੇ ਇਸ ਦੇ ਵਿੱਚ ਜ਼ਿਕਰ ਕੀਤਾ ਹੋਇਆ ਹੈ। ਅਸੀਂ ਹੁਣ ਤੱਕ ਕਈ ਕਵੀਆਂ ਬਾਰੇ ਪੜ੍ਹ ਚੁੱਕੇ ਹਾਂ, ਜਿਵੇਂ ਭਾਈ ਵੀਰ ਸਿੰਘ ਬਾਰੇ ਵੀ ਅਸੀਂ ਚੀਜ਼ਾਂ ਦੇਖੀਆਂ, ਹੈ ਨਾ। ਪ੍ਰੋਫੈਸਰ ਮੋਹਨ ਸਿੰਘ ਬਾਰੇ ਵੀ, ਪ੍ਰੋਫੈਸਰ ਪੂਰਨ ਸਿੰਘ ਬਾਰੇ ਵੀ, ਅੰਮ੍ਰਿਤਾ ਪ੍ਰੀਤਮ ਨੂੰ ਲੈ ਕੇ ਵੀ ਅਸੀਂ ਚੀਜ਼ਾਂ ਦੇਖੀਆਂ ਨੇ। ਇਹ ਸਾਰੇ ਕਵੀ ਕਿਸ ਤਰ੍ਹਾਂ ਦੇ ਨੇ ਤੁਹਾਨੂੰ ਪਤਾ ਹੈਗਾ। ਕੁਝ ਵਿਚਾਰਧਾਵਾਂ ਨੇ ਜਿਹੜੀਆਂ ਕਵਿਤਾ ਦੇ ਖੇਤਰ ਦੇ ਵਿੱਚ ਨਿਖਰ ਕੇ ਸਾਹਮਣੇ ਆਉਂਦੀਆਂ ਨੇ, ਜਿਵੇਂ ਪ੍ਰਗਤੀਵਾਦੀ ਕਵੀ ਕੀ ਹੁੰਦਾ ਹੈ, ਰੋਮਾਂਸਵਾਦੀ ਕਵੀ ਕੀ ਹੁੰਦਾ ਹੈ, ਪ੍ਰਯੋਗਵਾਦੀ ਕਵੀ ਕੀ ਹੁੰਦਾ ਹੈ। ਇਹ ਵਿਚਾਰਧਾਵਾਂ ਨੂੰ ਮੁੱਖ ਦੇ ਵਿੱਚ ਰੱਖ ਕੇ, ਬੇਸ ਦੇ ਵਿੱਚ ਰੱਖ ਕੇ ਕਈ ਕਵੀਆਂ ਨੇ ਆਪਣੀਆਂ ਰਚਨਾਵਾਂ ਰਚੀਆਂ ਨੇ, है ना। उस तरह जो असी भाई वीर सिंह बारे पढ़ रहे थे उदों असी देखा सीगा कि भाई वीर सिंह जिहड़े ने वो रहस्यवादी कवि होने के नाल नाल कुदरत के कवि वजों भी याद किए जाते हैं, है ना। मेरा फोकस ये हुंदा हैगा तुहाडे लई पंजाबी लिटरेचर ते मैं फिर एक बारी गल दसना चाहांगा। देखो, खास करके सानू फोकस करना है क्योंकि असी जिहड़ा आंसर हैगा 150 ते 250 वर्ड दे विच लिखना हैगा। ये साडी लिमिट हैगी, यूपीएससी ने एक वर्ड लिमिट डिसाइड की हुई आ, उहदे विच ही सानू आंसर नू कंप्लीट करना। ਤਾਂ ਸਾਡੇ ਕੋਲ ਜਿਹੜਾ 150 वर्ड है या 250 वर्ड ਦੇ ਵਿੱਚ ਉਹਨਾਂ ਕੋ ਕੰਟੈਂਟ ਹੋਣਾ ਚਾਹੀਦਾ ਜਿਹੜਾ ਕੁਆਲਿਟੀ ਦਾ ਹੋਵੇ, है ना, ਜਿਹਨੂੰ ਲਿਖਦੇ ਨਾਲ ਸਾਨੂੰ ਮਾਰਕਸ ਜ਼ਿਆਦਾ ਮਿਲਣ। ਕਿਉਂਕਿ ਲਿਟਰੇਚਰ ਦੇ ਸਬਜੈਕਟ ਦੀ ਆਪਣੀ ਖੂਬਸੂਰਤੀ ਹੈ ਕਿ ਇਹਦੇ ਵਿੱਚ ਤੁਸੀਂ 300 ਪਲੱਸ ਸਕੋਰ ਬਹੁਤ ਈਜ਼ੀਲੀ ਸਕੋਰ ਕਰ ਸਕਦੇ ਹੋ, है ना। ਬਹੁਤ ਵਧੀਆ ਤਰੀਕੇ ਨਾਲ ਤਿਆਰੀ ਕਰਕੇ ਤੁਸੀਂ 300 ਪਲੱਸ ਸਕੋਰ ਕਰ ਸਕਦੇ ਹੋ। ਤੇ ਅਸੀਂ ਜਿਹੜਾ ਕਲਾਸਿਸ ਦੇ ਵਿੱਚ ਟਾਰਗੇਟ ਰੱਖਿਆ ਹੈਗਾ ਉਹ 320 ਪਲੱਸ ਹੈਗਾ, है ना। ਅੱਜ ਅਸੀਂ ਕਿਹੜੇ ਆਥਰ ਬਾਰੇ ਪੜ੍ਹਨ ਜਾ ਰਹੇ ਹਾਂ, ਇਸ ਨੂੰ ਦੇਖੋ, ਬਾਵਾ ਬਲਵੰਤ ਬਾਰੇ, ठीक है। यूपीएससी ने मेंस दे विच बाबा बलवंत जिहड़े ने कवि ने इन्हां बारे लगातार सवाल पूछे ने, है ना। पहला ये साहित्यकार भी रहे ने, कवि भी रहे ने। बाबा बलवंत नूं पंजाबी साहित्य के खेत्र दे विच कई संज्ञावां दित्तियां जांदियां ने, कई नाम वजों याद किया जाता हैगा इन्हां नूं। जिवें सब तो पहला इन्हां नूं रोमांसवादी कवि कहा जाता है, फिर इन्हां नूं प्रगतिवादी कवि भी कहा जाता है। ते एक तुहानूं मैं मजेदार गल भी इत्थे दसदा कि बाबा बलवंत जिहड़े हैगे ने ਇਹ ਰੋਮਾਂਸਵਾਦੀ ਤੇ ਪ੍ਰਗਤੀਵਾਦੀ ਕਵਿਤਾ ਦਾ ਸੁਮੇਲ ਵੀ ਨੇ। ਜਾਂ ਤਾਂ ਕੋਈ ਕਵੀ ਜਿਹੜਾ ਹੈਗਾ ਉਹ ਪ੍ਰਗਤੀਵਾਦੀ ਹੋ ਸਕਦਾ ਪ੍ਰੋਪਰ, ਜਾਂ ਕੋਈ ਕਵੀ ਰੋਮਾਂਸਵਾਦੀ ਹੋ ਸਕਦਾ, ਬਟ ਇਹਨਾਂ ਦੀ ਕਵਿਤਾ ਦੇ ਵਿੱਚ ਇਸ ਚੀਜ਼ ਦਾ ਸੁਮੇਲ ਦੇਖਣ ਨੂੰ ਮਿਲਦਾ ਹੈ। ਇਹ ਸਭ ਤੋਂ ਵੱਡੀ ਖੂਬੀ ਹੈਗੀ ਹੈ ਬਾਬਾ ਬਲਵੰਤ ਦੀ ਕਵਿਤਾਵਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੀ ਹੈ। ਉਸ ਤੋਂ ਇਲਾਵਾ ਇਹਨਾਂ ਨੂੰ ਬੌਧਿਕ ਕਵੀ ਕਿਹਾ ਜਾਂਦਾ ਹੈਗਾ, ਠੀਕ ਹੈ। ਉਸ ਤੋਂ ਇਲਾਵਾ ਇਹਨਾਂ ਨੂੰ ਅਨੁਭਵੀ ਕਵੀ ਕਿਹਾ ਜਾਂਦਾ ਹੈਗਾ। ਅਨੁਭਵੀ ਕਵੀ ਕਿਹੜਾ ਹੁੰਦਾ ਹੈਗਾ? ਐਕਸਪੀਰੀਅੰਸਡ ਕਵੀ ਕਿਹਨੂੰ ਬੋਲਾਂਗੇ? ਜਿਹਨੇ ਆਪਣੇ ਜੀਵਨ ਦੇ ਵਿੱਚ ਜੋ ਹੰਢਾਇਆ ਉਸ ਨੂੰ ਹੀ ਕਵਿਤਾ ਦੇ ਵਿੱਚ ਨਿਰੋ ਕੇ ਰੱਖਦਾ ਜਾਂ ਕਵਿਤਾ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ, ਉਸ ਨੂੰ ਅਸੀਂ ਕੀ ਕਹਾਂਗੇ? ਇੱਕ ਅਨੁਭਵੀ ਕਵੀ। ਬਾਬਾ ਬਲਵੰਤ ਦੇ ਜੀਵਨ ਨੂੰ ਅਗਰ ਅਸੀਂ ਦੇਖਦੇ ਹਾਂ ਤਾਂ ਸਾਨੂੰ ਸਮਝ ਦੇ ਵਿੱਚ ਆਉਂਦਾ ਕਿ ਜਿਹੜਾ ਰੋਮਾਂਸਵਾਦ ਬਾਬਾ ਬਲਵੰਤ ਦੇ ਕਵਿਤਾ ਦੇ ਵਿੱਚ ਨਿਖਰ ਕੇ ਸਾਹਮਣੇ ਆਉਂਦਾ, ਉਹ ਰੋਮਾਂਸਵਾਦ ਬਾਬਾ ਬਲਵੰਤ ਦਾ ਨਿੱਜੀ ਜੀਵਨ ਦੇ ਵਿੱਚ ਪੈਦਾ ਹੋਇਆ ਰੋਮਾਂਸਵਾਦ ਹੈ। ਕਿਉਂ? क्योंकि बाबा बलवंत ने निजी जीवन दे विच कृष्णा नाम की लड़की नाल प्यार नूं माणिया, ठीक है। कृष्णा नाम की लड़की नाल बाबा बलवंत नूं प्यार होया अपने निजी जीवन दे विच, ते अगे चल के उन्हां नूं प्यार दे विच धोखा भी मिलिया। इस धोखे दे चलदे उन्हां नूं प्यार की जिहड़ी नाकामता है उन्होंने भी उन्होंने कविता दे विच बयान करने की कोशिश की हैगी आ। ਤਾਂ ਬਾਬਾ ਬਲਵੰਤ ਬਾਰੇ ਮੈਂ ਫਿਰ ਤੋਂ ਇੱਕ ਦੋ ਚੀਜ਼ਾਂ ਦੱਸਦਾ। ਪਹਿਲੀ ਗੱਲ, ਇਹ ਇੱਕ ਰੋਮਾਂਸਵਾਦੀ ਕਵੀ ਹੈ ਤੇ ਜਿਵੇਂ ਸ਼ੁਰੂਆਤ ਦੇ ਵਿੱਚ ਕਵਿਤਾ ਲਿਖਣ ਦੀ ਸ਼ੁਰੂਆਤ ਕਰਦੇ ਨੇ, ਪ੍ਰਗਤੀਵਾਦ ਨੂੰ ਨਾਲ ਲੈ ਕੇ ਹੀ ਉਤਰਦੇ ਨੇ, है ना। शुरू तो आज़ादी की गल करते हैं, शुरू तो समाजवाद की गल करते हैं। इस करके प्रगतिवाद जिहड़ा हैगा बाबा बलवंत की कवितावां दे विच बहुत ही वड्डे पद्धर ते देखण नूं सानूं मिलदा हैगा। खास करके जेकर असीं देखीए, जदों इन्हां ने कविता लिखनी शुरू की हैगी है बाबा बलवंत ने, तां तुहानूं पता हैगा सब तो पहला जिहड़ा संग्रह सीगा वो महानाच सी, ठीक है। महानाच इन्हां दी पहली प्रमुख रचना सी। महानाच दे विच ही उन्हां ने एक गल दा जिक्र कीता सीगा, ਕਹਿੰਦੇ ਕਿਉਂ ਖਿਆਲਾਂ ਦੇ ਲਈ ਹਨ ਬੇੜੀਆਂ, ਜੇ ਵਕਤ ਨੂੰ ਹਵਾ ਨੂੰ ਬੰਧਨ ਨਹੀਂ। ਜੇ ਵਕਤ ਦੇ ਵਿੱਚ ਤੇ ਕੋਈ ਰੋਕ ਨਹੀਂ ਹੈਗੀ ਤਾਂ ਫਿਰ ਖਿਆਲਾਂ ਦੇ ਉੱਤੇ ਰੋਕ ਕਿਉਂ ਹੈਗੀ ਆ? ਤਾਂ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿਸ ਤਰ੍ਹਾਂ ਉਹ ਆਜ਼ਾਦੀ ਦੀ ਗੱਲ ਕਰਦੇ ਨੇ, ਹੈ ਨਾ। ਅੱਗੇ ਚੱਲ ਕੇ ਜਿਵੇਂ ਉਹਨਾਂ ਦੇ ਨਿੱਜੀ ਜੀਵਨ ਦੇ ਵਿੱਚ ਰੋਮਾਂਸਵਾਦ ਝਲਕਦਾ, ਮੈਂ ਤੁਹਾਨੂੰ ਕਿਹਾ ਵੀ ਉਹਨਾਂ ਨੇ ਕ੍ਰਿਸ਼ਨਾ ਨਾਮ ਦੀ ਲੜਕੀ ਨਾਲ ਪਿਆਰ ਨੂੰ ਮਾਣਿਆ, ਫਿਰ ਉਹਨਾਂ ਨੇ ਕਿਸ ਤਰ੍ਹਾਂ ਉਹਨਾਂ ਦਾ ਜਿਹੜਾ ਕਵਿਤਾ ਦਾ ਢੰਗ ਆ ਉਹ ਰੋਮਾਂਸਵਾਦ ਨੂੰ ਪ੍ਰਸਤੁਤ ਕਰਦਾ। ਉਹ ਦੇਖੋ ਉਹ ਕਹਿੰਦੇ ਨੇ
ਸਿਰ ਆਪਣਾ ਪਿਆਰ ਬਿਨ ਝੁਕਾਇਆ ਜਾ ਨਹੀਂ ਸਕਦਾ, ਕਰਜ਼ ਇੱਕ ਪਿਆਰ ਦਾ ਹੈ ਜੋ ਕਦੇ ਚੁਕਾਇਆ ਜਾ ਨਹੀਂ ਸਕਦਾ, ਹੈ ਨਾ। ਤੂੰ ਜਦ ਆਈ ਇਸ ਵਾਰ ਜਿਵੇਂ ਅਤ ਗਰਮੀ ਦੇ ਵਿੱਚ ਅਚਾਨਕ ਆਏ ਮਧੁਰ ਸਮੀਰ। ਇਹ ਪਿਆਰ ਦਾ ਝਲਕਾਰਾ ਹੈਗਾ ਜਿਹੜਾ ਬਾਬਾ ਬਲਵੰਤ ਦੀਆਂ ਕਵਿਤਾਵਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਹੈਗਾ। ਅੱਗੇ ਚੱਲ ਕੇ ਜਿਵੇਂ ਮੈਂ ਤੁਹਾਨੂੰ ਕਿਹਾ, ਪਿਆਰ ਦੇ ਵਿੱਚ ਉਹਨਾਂ ਨੂੰ ਧੋਖਾ ਮਿਲਿਆ, ਹੈ ਨਾ। ਉਸ ਧੋਖੇ ਨੂੰ ਵੀ ਤਾਂ ਉਹਨਾਂ ਨੇ ਬਿਆਨ ਕਰਨਾ। ਉਹਦੇ ਵਿੱਚ ਕੀ ਕਹਿੰਦੇ ਨੇ ਉਹ, ਹੋਣਾ ਪਿਆ ਏ ਸੋਹਣੀਏ ਬੇਘਰ ਤੇਰੇ ਲਈ, ਹੈ ਨਾ। ਹੋਣਾ ਪਿਆ ਏ ਸੋਹਣੀਏ ਬੇਘਰ ਤੇਰੇ ਲਈ, ਸਹਿਣਾ ਪਿਆ ਏ ਸਖਤ ਨਿਰਾਦਰ ਤੇਰੇ ਲਈ। ਇਹ ਵੀ ਉਹਨਾਂ ਦੇ ਨਿਕਲ ਕੇ ਸਾਹਮਣੇ ਆਉਂਦਾ ਕਿ ਕਿਸ ਤਰ੍ਹਾਂ ਉਹ ਰੋਮਾਂਸ ਦਾ ਰਵਾਤ ਦੇ ਵਿੱਚ ਹੀ ਆਪਣੀ ਜੋ ਉਹਨਾਂ ਦੀ ਪਾਰਟਨਰ ਸੀਗੀ ਜਾਂ ਜੋ ਪ੍ਰੇਮਿਕਾ ਸੀ ਉਹਦੇ ਵੱਲੋਂ ਜੋ ਉਹਨਾਂ ਨਾਲ ਧੋਖਾ ਕੀਤਾ ਗਿਆ, ਜੋ ਬੇਵਫਾਈ ਕੀਤੀ ਗਈ, ਉਸ ਨੂੰ ਵੀ ਉਹਨਾਂ ਨੇ ਕਵਿਤਾ ਵਜੋਂ ਵੀ ਬਿਆਨ ਕੀਤਾ ਹੈਗਾ। ਜੇ ਅਸੀਂ ਪ੍ਰਗਤੀਵਾਦੀ ਸੁਰ ਦੀ ਗੱਲ ਕਰੀਏ, ਖਾਸ ਕਰਕੇ ਸਾਨੂੰ ਪਤਾ ਲੱਗਦਾ ਕਿ ਪ੍ਰਗਤੀਵਾਦੀ ਕਵੀ ਵਜੋਂ ਵੀ ਬਾਬਾ ਬਲਵੰਤ ਬੜਾ ਉੱਭਰ ਕੇ ਸਾਹਮਣੇ ਆਉਂਦਾ ਹੈ ਨਾ। ਪ੍ਰਗਤੀਵਾਦੀ ਅੰਸ਼ ਉਹਨਾਂ ਦੀ ਕਵਿਤਾ 'ਚ ਕਿੱਥੇ ਦੇਖਣ ਨੂੰ ਮਿਲਦਾ ਹੈ। ਬਗਾਵਤ ਦਾ ਜਗ ਜਹਾਨਾਂ ਉੱਤੇ ਭਾਰੂ, ਮੇਰਾ ਕਤਰਾ ਕਤਰਾ ਤੂਫਾਨਾਂ ਤੇ ਭਾਰੂ, ਮੇਰਾ ਹੁਕਮ ਸੁਣ ਕੇ ਮੋਈ ਦੁਨੀਆ ਜਾਗੀ, ਮੈਂ ਆਕੀ ਮੈਂ ਬਾਗੀ ਮੈਂ ਬਾਗੀ। ਬਾਬਾ ਬਲਵੰਤ ਸ਼ੁਰੂਆਤ ਤੋਂ ਹੀ ਸਵੀਕਾਰ ਕਰਦਾ ਕਿ ਮੈਂ ਇੱਕ ਬਾਗੀ ਹਾਂ। ਤੇ ਤੁਸੀਂ ਦੇਖੋਗੇ ਬਾਬਾ ਬਲਵੰਤ 1915 ਤੋਂ ਬਾਅਦ ਉਹਨਾਂ ਦੇ ਜੀਵਨ ਦੇ ਵਿੱਚ ਤੁਸੀਂ ਦੇਖਦੇ ਹੋ ਆਉਂਦੇ ਨੇ, ਉਹਨਾਂ ਦਾ ਜਿਹੜਾ ਟਾਈਮ ਡਿਊਰੇਸ਼ਨ ਅਸੀਂ ਦੇਖਦੇ ਹਾਂ 1915 ਤੋਂ ਲੈ ਕੇ 1972 ਤੱਕ ਰਿਹਾ, ਹੈ ਨਾ। ਤੇ ਜੀਵਨ ਬਚਪਨ ਦੇ ਤੌਰ ਦੇ ਵਿੱਚ ਹੀ ਉਹ ਕੀ ਦੇਖ ਰਹੇ ਸੀਗੇ, ਤੁਹਾਨੂੰ ਪਤਾ ਹੋਏਗਾ ਭਾਰਤ ਨੌਜਵਾਨ ਸਭਾ ਜਿਹੜੀ ਸਟੈਬਲਿਸ਼ ਹੋਈ ਸੀਗੀ ਉਹ ਇਸੇ ਟਾਈਮ ਤੇ ਸੀਗੀ, ਹੈ ਨਾ। ਕ੍ਰਾਂਤੀ ਦਾ ਦੌਰ ਚੱਲ ਰਿਹਾ ਸੀਗਾ, ਇੰਡੀਆ ਦੇ ਵਿੱਚ ਰਿਵੋਲੂਸ਼ਨ ਚੱਲ ਰਿਹਾ ਸੀਗਾ, ਇੰਡੀਆ ਦੇ ਵਿੱਚ ਅੰਦੋਲਨ ਚੱਲ ਰਹੇ ਸੀ। ਕਿਸ ਚੀਜ਼ ਲਈ? ਆਜ਼ਾਦੀ ਲਈ, ਠੀਕ ਹੈ। ਬ੍ਰਿਟੇਨ ਤੋਂ ਸਾਨੂੰ ਆਜ਼ਾਦੀ ਚਾਹੀਦੀ ਸੀਗੀ। ਇਸੇ ਆਜ਼ਾਦੀ ਦੀਆਂ ਚੀਜ਼ਾਂ ਨੂੰ ਉਹਨਾਂ ਨੇ ਸ਼ੁਰੂਆਤ ਦੇ ਸਤਰ ਤੇ ਦੇਖਿਆ। ਇੱਕ ਹੋਰ ਗੱਲ ਖੂਬੀ ਮੈਂ ਉਹਨਾਂ ਦੀ ਕਵਿਤਾ ਦੀ ਤੁਹਾਨੂੰ ਦੱਸਦਾ ਕਿ ਉਹ ਪੁਰਾਤਨਤਾ ਤੋਂ ਨਵੀਨਤਾ ਲਿਆਉਣ ਦੇ ਧਾਰਨੀ ਸਨ। ਉਹਨਾਂ ਨੂੰ ਪੁਰਾਣੀਆਂ ਚੀਜ਼ਾਂ ਐਕਸੈਪਟ ਨਹੀਂ ਸੀ, ਉਹ ਚਾਹੁੰਦੇ ਸੀ ਕੁਝ ਚੇਂਜ ਹੋਣਾ ਚਾਹੀਦਾ, ਕੁਝ ਬਦਲਾਅ ਆਉਣਾ ਚਾਹੀਦਾ। ਇਸੇ ਨਵੀਨਤਾ ਉਹਨਾਂ ਦੀ ਕਵਿਤਾ ਦੇ ਵਿੱਚ ਬਾਗੀ ਵਜੋਂ ਉਹ ਆਪਣੇ ਆਪ ਨੂੰ ਪ੍ਰਸਤੁਤ ਕਰਦੇ ਨੇ। ਉਹ ਸਮਾਜਵਾਦ ਦੀ ਉਂਗਲ ਫੜ ਕੇ ਹੀ ਕਵਿਤਾ ਦੇ ਪੇੜ ਦੇ ਵਿੱਚ ਉਤਰਦੇ ਨੇ। ਉਹ ਸ਼ੁਰੂ ਦੇ ਵਿੱਚ ਚੇਂਜ ਲਿਆਉਣਾ ਚਾਹੁੰਦੇ ਨੇ, ਆਜ਼ਾਦੀ ਚਾਹੁੰਦੇ ਨੇ, ਤੇ ਨਾਲ ਜੋ ਤੁਸੀਂ ਕਵਿਤਾ ਹੁਣੇ ਸੁਣੀ ਕਿ ਉਹ ਆਪਣੇ ਆਪ ਨੂੰ ਸਵੀਕਾਰ ਕਰਦੇ ਨੇ ਕਿ ਮੈਂ ਆਕੀ ਹਾਂ, ਮੈਂ ਬਾਗੀ ਹਾਂ, ਹੈ ਨਾ। ਫਿਰ ਅੱਗੇ ਉਹ ਕਿਸ ਤਰ੍ਹਾਂ ਹੋਰ ਕਿਹੜੀਆਂ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹਨਾਂ ਦਾ ਪ੍ਰਗਤੀਵਾਦੀ ਅੰਸ਼ ਦੇਖਣ ਨੂੰ ਮਿਲਦਾ ਹੈ। ਉਹ ਕਹਿੰਦੇ ਨੇ ਲਤਾੜ ਅੰਬਰਾਂ ਨੂੰ ਬਹਾਦਰ ਜਵਾਨਾ, ਬਦਲ ਇਹ ਸਿਲਸਿਲਾ ਨਵਾਂ ਤੇ ਪੁਰਾਣਾ। ਬਦਲਣਾ ਚਾਹੁੰਦੇ ਨੇ, ਉਹ ਨਵੀਨਤਾ ਲਿਆਉਣਾ ਚਾਹੁੰਦੇ ਨੇ, ਹੈ ਨਾ। ਆਪਣੀ ਕਵਿਤਾ ਦੇ ਮਾਧਿਅਮ ਰਾਹੀਂ ਉਹ ਚਾਹੁੰਦੇ ਨੇ ਕਿ ਚੇਂਜ ਆਵੇ। ਤੇ ਸਮਾਜਵਾਦ ਤੁਹਾਨੂੰ ਪਤਾ ਹੈ ਪ੍ਰਗਤੀਵਾਦੀ ਦੇ ਵਿੱਚ ਸਮਾਜਵਾਦੀ ਅੰਸ਼ ਹੀ ਹੁੰਦਾ ਹੈ। ਸਮਾਜਵਾਦ ਕੀ ਕਹਿੰਦਾ? ਕੁਝ ਚੇਂਜ ਲਿਆਉਣਾ ਹੈ। ਜੋ ਚੀਜ਼ ਚੱਲ ਰਹੀ ਹੈ ਉਹਨੂੰ ਐਕਸੈਪਟ ਨਹੀਂ ਕਰਦਾ ਸਮਾਜਵਾਦ, ਪ੍ਰਗਤੀਵਾਦ ਉਹਨੂੰ ਐਕਸੈਪਟ ਨਹੀਂ ਕਰਦਾ, ਉਹਨੂੰ ਚੇਂਜ ਲਿਆਉਣ ਦੀ ਕੋਸ਼ਿਸ਼ ਕਰਦਾ, ਉਹਦੇ ਵਿੱਚ ਕੁਛ ਨਾ ਕੁਛ ਬਦਲਾਵ ਚਾਹੁੰਦਾ, ਹੈ ਨਾ। ਅਧਿਕਾਰਾਂ ਦੀ ਗੱਲ ਕਰਦਾ ਉਹ, ਖਾਸ ਕਰਕੇ ਕੀਰਤੀ ਸ਼੍ਰੇਣੀ ਜਿਹੜਾ ਹੁੰਦਾ, ਜਿਹੜੀ ਨਿਚਲੇ ਸਤਰ ਦੇ ਸ਼੍ਰੇਣੀ ਹੁੰਦੀ ਹੈ ਲੋਕਾਂ ਦੀ, ਹੈ ਨਾ, ਉਹਨਾਂ ਦੇ ਅਧਿਕਾਰਾਂ ਦੀ ਗੱਲ ਕਰਦੀ ਹੈ। ਤੇ ਇਹ ਸਾਰੀਆਂ ਚੀਜ਼ਾਂ ਖਾਸ ਕਰਕੇ ਸਾਨੂੰ ਬਾਬਾ ਬਲਵੰਤ ਦੀ ਕਵਿਤਾ ਦੇ ਵਿੱਚੋਂ ਦੇਖਣ ਨੂੰ ਮਿਲਦਾ ਹੈ। ਤੇ ਅੰਤ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਉਹ ਕਹਿੰਦੇ ਨੇ ਆਇਆ ਹਾਂ ਖਾਲੀ ਹੱਥ ਪਿਆਰੇ, ਪਰ ਦਿਲ ਵਿੱਚ ਬੇਅੰਤ ਨਜ਼ਾਰੇ। ਇਹ ਬਾਬਾ ਬਲਵੰਤ ਦੀਆਂ ਲਾਈਨਾਂ ਨੇ, ਹੈ ਨਾ। ਤੁਸੀਂ ਸਮਝ ਸਕਦੇ ਹੋ ਕੁਛ ਨਾ ਕੁਛ ਚੇਂਜ ਲਿਆਉਣ ਦੀ ਉਹਨਾਂ ਨੇ ਹਮੇਸ਼ਾ ਯਤਨ ਕੀਤਾ। ਤੇ ਜੇ ਅਸੀਂ ਇਹਨੂੰ ਕਨਕਲੂਡ ਕਰੀਏ ਤਾਂ ਬਾਬਾ ਬਲਵੰਤ ਕਿਸ ਤਰ੍ਹਾਂ ਦਾ ਇੱਕ ਸ਼ਾਇਰ ਸੀ? ਸਭ ਤੋਂ ਪਹਿਲਾਂ ਉਹ ਇੱਕ ਅਨੁਭਵੀ ਸ਼ਾਇਰ ਸੀ। ਕਿਉਂ? ਕਿਉਂਕਿ ਉਸਨੇ ਜੋ ਨਿੱਜੀ ਜੀਵਨ ਦੇ ਵਿੱਚ ਹੰਡਾਇਆ ਉਸ ਨੂੰ ਹੀ ਕਵਿਤਾ ਦੇ ਮਾਧਿਅਮ 'ਚ ਕਵਿਤਾ ਦੇ ਰਾਹੀਂ ਪ੍ਰਸਤੁਤ ਕਰਨ ਦੀ ਕੋਸ਼ਿਸ਼ ਕੀਤੀ। ਦੂਸਰਾ, ਅਗਰ ਅਸੀਂ ਦੇਖਦੇ ਹਾਂ ਬਾਬਾ ਬਲਵੰਤ ਇੱਕ ਪ੍ਰਗਤੀਵਾਦੀ ਕਵੀ ਹੈ, ਬਾਬਾ ਬਲਵੰਤ ਇੱਕ ਰੋਮਾਂਸਵਾਦੀ ਕਵੀ ਆ ਜਿਹਨੇ ਉਹਨੇ ਨਿੱਜੀ ਜੀਵਨ ਦੇ ਵਿੱਚ ਜੋ ਪਿਆਰ ਹੰਡਾਇਆ ਉਸ ਨੂੰ ਹੀ ਬਿਆਨ ਵੀ ਕੀਤਾ, ਹੈ ਨਾ। ਰੋਮਾਂਸਵਾਦੀ ਕਵੀ ਦੇ ਤੌਰ ਤੇ ਵੀ ਬਾਬਾ ਬਲਵੰਤ ਨੇ ਬਹੁਤ ਸੋਹਣੀਆਂ ਕਵਿਤਾਵਾਂ ਲਿਖ ਕੇ ਪੰਜਾਬੀ ਸਾਹਿਤ ਨੂੰ ਭਰਪੂਰ ਕਰਨ ਦੀ ਕੋਸ਼ਿਸ਼ ਕੀਤੀ, ਹੈ ਨਾ। ਤੇ ਲਾਸਟ ਦੇ ਵਿੱਚ ਇੱਕ ਚੀਜ਼ ਹੋਰ, ਬਾਬਾ ਬਲਵੰਤ ਨੂੰ ਕ੍ਰਾਂਤੀਕਾਰੀ ਕਵੀ ਵੀ ਕਹਿੰਦੇ ਨੇ ਕਿਉਂਕਿ ਉਹ ਕ੍ਰਾਂਤੀ ਲਾਉਣ ਦਾ ਹਾਮੀ ਸੀ, ਕ੍ਰਾਂਤੀ ਲਿਆਉਣੀ ਚਾਹੁੰਦਾ ਸੀ, ਉਹ ਚੇਂਜ ਕਰਨਾ ਚਾਹੁੰਦਾ ਸੀ। ਇਸ ਤਰੀਕੇ ਨਾਲ ਅਸੀਂ ਬਾਬਾ ਬਲਵੰਤ ਨੂੰ ਪੂਰੇ ਤਰੀਕੇ ਨਾਲ ਅਸੀਂ ਦੇਖ ਲਿਆ ਕਿਹੜੇ ਟੌਪਿਕਸ ਨੇ ਜਿਨ੍ਹਾਂ ਤੇ, ਕਿਉਂਕਿ ਯੂਪੀਐਸਸੀ ਜਿਹੜਾ ਫੋਕਸ ਕਰ ਰਿਹਾ ਬਾਬਾ ਬਲਵੰਤ ਨੂੰ ਲੈ ਕੇ ਉਹ ਦੋ ਚੀਜ਼ਾਂ ਤੇ ਫੋਕਸ ਕਰ ਰਿਹਾ। ਕਿਹੜੇ? ਇੱਕ ਪ੍ਰਗਤੀਵਾਦੀ ਕਵੀ ਦੇ ਤੌਰ ਤੇ ਦੂਸਰਾ ਰੋਮਾਂਸਵਾਦੀ ਕਵੀ ਦੇ ਤੌਰ ਤੇ। ਤੇ ਮੈਂ ਤੁਹਾਨੂੰ ਦੱਸਿਆ ਕਿ ਬਾਬਾ ਬਲਵੰਤ ਇਦਾਂ ਦਾ ਇੱਕ ਐਗਜ਼ਾਮਪਲ ਆ ਜਿਹੜਾ ਇਹਨਾਂ ਦੋਨਾਂ ਦਾ ਸੁਮੇਲ ਹੈ, ਇਸ ਕਰਕੇ ਹੀ ਯੂਪੀਐਸਸੀ ਦਾ ਫੋਕਸ ਹੈ। ਤੇ ਮੈਨੂੰ ਲੱਗਦਾ ਕਿ ਜਿਹੜਾ ਹੁਣ ਡਿਸਕਸ਼ਨ ਹੋਇਆ ਹੈ ਇਹਦੇ ਨਾਲ ਤੁਸੀਂ ਦੋਨੋਂ ਡਿਫਰੈਂਟ ਤਰੀਕੇ ਨਾਲ ਵੀ ਆਨਸਰ ਕਰ ਸਕਦੇ ਹੋ ਤੇ ਇਸ ਸੁਮੇਲ ਨੂੰ ਵੀ ਬਹੁਤ ਹੀ ਵਧੀਆ ਢੰਗ ਨਾਲ ਸ਼ਬਦਾਂ ਦੇ ਵਿੱਚ ਬਿਆਨ ਕਰ ਸਕਦੇ ਹੋ। ਮਿਲਦੇ ਹਾਂ ਅਗਲੀ ਵੀਡੀਓਜ਼, ਤਦ ਤੱਕ ਆਪਣਾ ਧਿਆਨ ਰੱਖੋ, ਆਪਣੀ ਪੜ੍ਹਾਈ ਨੂੰ ਬਹੁਤ ਵਧੀਆ ਢੰਗ ਨਾਲ ਕਰਦੇ ਰਹੋ।